ਤੇ ਉੱਥੇ ਸਿਰਸਾ ਕਹਿ ਰਿਹਾ ਹੈ ਇਹ ਹਿੱਤ ਮਨਜੀਤ ਨਾਲ ਮਿਲ ਗਿਆ। ਕੱਲ ਹਿੱਤ ਸਿਰਸੇ ਨਾਲ ਬੈਠਾ ਹੋਇਆ ਹੈ ਤੇ ਕਹਿ ਰਿਹਾ ਹੈ ਇਹ ਚਿੱਠੀ ਮੈਨੂੰ ਮਨਜੀਤ ਨੇ ਦਿੱਤੀ ਹੈਗੀ। ਬਾਦਲਾਂ ਦੇ ਲੀਡਰਾਂ ਨੂੰ ਮੇਰੀ ਦੂਰੋਂ ਨਮਸਕਾਰ। ਹਾਲੇ ਤੇ ਉਹਦੀ ਇਨਕੁਆਇਰੀ ਨਹੀਂ ਸ਼ੁਰੂ ਹੋਈ, ਤੁਸੀਂ ਆਪਣੇ ਬਿਆਨ ਬਦਲਣੇ ਸ਼ੁਰੂ ਕਰ ਦਿੱਤੇ ਨੇ। ਕਿਹਨੂੰ ਬਚਾ ਰਿਹਾ ਜਿਸ ਦੇ ਜਿਹੜਾ ਲਿਬੜਿਆ ਹੋਇਆ ਸਿਰ ਤੋਂ ਲੈ ਕੇ ਪੈਰ ਤੱਕ ਚੋਰੀ ਚਕਾਰੀ ਦੇ ਨਾਲ। ਹੁਣ ਗੁਰੂ ਨੂੰ ਜਿਸ ਵਕਤ ਲੁੱਟਿਆ ਇਹਨਾਂ ਨੇ उस वक्त क्वारंटाइन किया कोई नहीं, जिस वक्त बादलों ने लुटिया उस वक्त क्वारंटाइन करता सरदे नूं पकड़ के। प्रापे गंडा तो जीके ने भी किया। बादलों का फैसला सी भी असी हस्पताल नहीं चलन देना क्योंकि साडे बाबे का नाम उहदे विच नहीं हैगा। जे हस्पताल चल गया तो प्रकाश सिंह बादल का नाम ना होया तो वह क्यों चले। इन्हें कोई अल्लाह दीन का जिद पाल के रखा होया है जिहड़ा कि उसनूं कहेगा भी तू लै भी जिन रातों रात कंस्ट्रक्शन कर दे तो हस्पताल तैयार हो जाएगा। वैसे तो आप ही जिन हैगा जिहड़ा जिन बादलों नूं चपत ला दिंदा है वो तो अल्लाह दीन दे जिन तो भी वड्डा जिन हैगा। तो जिहड़े गरीब बच्चे है बिलो पावर्टी लाइन दे उन्होंने भी असी पढ़ाई जिहड़ी है वो देनी है। गरीब सिखां दी मैडिकल इंश्योरेंस कीती सी वो असी इंश्योरेंस भी रिस्टोर करांगे। तकरीबन 85,000 रुपया पर फैमिली की इंश्योरेंस सी कि अपने मिशनरियां नूं असीं तैयार करिए वो प्रचारक चंगे बन सकन पढ़े लिखे। ये नकली टेंटां दा बिल्लां दी हैगी कहानी भरपूर कोशिश कर रहे हैं। ਲੱਖਾਂ रुपये वकीलों नूं गुरुद्वारा कमेटी ਤੋਂ दे रहे हैं। सिख न्यूज़ एक्सप्रैस देखने वाले सारे ही दर्शकों का हार्दिक स्वागत है। ਅੱਜ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸੈਕਟਰੀ ਸਰਦਾਰ ਹਰਵਿੰਦਰ ਸਿੰਘ ਜੀ ਸਰਨਾ, ਜੋ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕੀ ਕੁਝ ਮੁੱਦੇ ਰਹਿਣਗੇ ਤੇ ਇਹ ਇਲੈਕਸ਼ਨ ਦਾ ਮੇਨ ਮੁੱਦਾ ਕੀ ਹੋਏਗਾ। 2021 ਦੇ ਵਿੱਚ ਮਾਰਚ ਦੇ ਵਿੱਚ ਜੋ ਇਲੈਕਸ਼ਨਾਂ ਦਿੱਲੀ ਕਮੇਟੀ ਦੀਆਂ ਹੋ ਰਹੀਆਂ ਨੇ, ਇਸੇ ਮੁੱਦੇ ਦੇ ਉੱਪਰ ਅੱਜ ਦੀ ਵਿਚਾਰ ਹੋਏਗੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਕਿ 2021 ਦੇ ਵਿੱਚ ਮਾਰਚ 2021 ਵਿੱਚ ਜੋ ਦਿੱਲੀ ਕਮੇਟੀ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਸ ਦੇ ਵਿੱਚ ਮੇਨ ਏਜੰਡਾ ਕੀ ਰਹੇਗਾ। ਦੇਖੋ ਉਹਦੇ 'ਚ ਮੇਨ ਜਿਹੜਾ ਏਜੰਡਾ ਹੈਗਾ ਇਹ ਰੈਸਟੋਰੇਸ਼ਨ ਪੀਰੀਅਡ ਹੋਏਗਾ ਦਿੱਲੀ ਗੁਰਦੁਆਰਾ ਕਮੇਟੀ ਦੇ ਇਤਿਹਾਸ ਦੇ ਵਿੱਚ। ਕਿਉਂਕਿ ਹਰ ਚੀਜ਼ ਪਿਛਲੇ 8 ਸਾਲਾਂ ਦੇ ਵਿੱਚ ਬਾਦਲਾਂ ਦੇ ਰਾਜ ਵਿੱਚ ਢਹਿ ਚੁੱਕੀ ਹੈ। ਪ੍ਰਬੰਧ ਪੂਰੀ ਤਰ੍ਹਾਂ ਚਰਮਰਾ ਗਿਆ ਹੈ, ਡਿਸਿਪਲਿਨ ਖਤਮ ਹੋ ਚੁੱਕਾ ਹੈ ਔਰ ਜੜ ਤੋਂ ਲੈ ਕੇ ਉੱਪਰ ਤੱਕ ਡਿਸਿਪਲਿਨ ਨਹੀਂ ਹੈਗਾ। ਵਿੱਦਿਆ ਦਾ ਬੜਾ ਬੁਰਾ ਹਾਲ ਹੈਗਾ। ਸਕੂਲਾਂ ਦੀਆਂ ਟੀਚਰਾਂ ਜਿਹੜੀਆਂ ਬੇਹਾਲ ਹੈਗੀਆਂ। ਇਹ ਜਿਹੜੇ ਸੇਵਾਦਾਰ ਹਨ, ਸਾਡਾ ਸਟਾਫ ਹੈਗਾ ਗੁਰਦੁਆਰੇ ਦਾ, ਇਹਨਾਂ ਨੂੰ ਟਾਈਮ ਸਿਰ ਤਨਖਾਹ ਨਹੀਂ ਮਿਲਦੀ। ਧਰਮ ਦਾ ਪ੍ਰਚਾਰ ਨਹੀਂ ਹੋ ਰਿਹਾ। ਜਿਹੜੇ ਵਾਅਦੇ ਕੀਤੇ ਸਨ ਸਕੂਲ ਖੋਲ੍ਹਣ ਦੇ, ਉਹ ਵਾਅਦੇ ਤਾਂ ਕੀ ਖੈਰ ਪੂਰੇ ਕਰਨੇ ਨੇ। ਇਹਨਾਂ ਨੇ 5 ਸਕੂਲਾਂ ਦੇ ਵਾਅਦੇ ਕੀਤੇ ਸਨ ਹਰ ਮੈਨੀਫੈਸਟੋ ਦੇ ਵਿੱਚ, 2013 ਵਿੱਚ ਵੀ ਅਤੇ 2017 ਵਿੱਚ ਵੀ। ਉਹ 8 ਸਾਲਾਂ ਦੇ ਵਿੱਚ ਕੋਈ ਵਾਅਦਾ ਜਿਹੜਾ ਹੈ ਮੈਨੀਫੈਸਟੋ ਦੇ ਵਿੱਚ ਜੋ ਉਹਨਾਂ ਨੇ ਸੁਪਨੇ ਦੱਸੇ ਸਨ ਉਹ ਕੋਈ ਵੀ ਸੁਪਨਾ ਸਾਕਾਰ ਨਹੀਂ ਹੋ ਸਕਿਆ। ਇਸ ਕਰਕੇ ਇਹ ਸਾਡੀ ਸਭ ਤੋਂ ਪਹਿਲੀ ਤਾਂ ਕੋਸ਼ਿਸ਼ ਹੈਗੀ ਇਹਦੇ ਵਿੱਚ ਵੀ ਅਸੀਂ ਸਟਾਫ ਨੂੰ ਇਨਸ਼ੋਰ ਕਰਨਾ ਹੈ, ਭਾਵੇਂ ਉਹ ਟੀਚਿੰਗ ਸਟਾਫ ਹੈ ਅਤੇ ਭਾਵੇਂ ਉਹ ਗੁਰਦੁਆਰਾ ਕਮੇਟੀ ਦਾ ਸਟਾਫ ਹੈ। ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਹੈ ਵੀ 1 ਤਰੀਕ ਉਹਨਾਂ ਨੂੰ ਤਨਖਾਹ ਮਿਲ ਜਾਏ। ਬਾਕੀ ਦੇ ਕੰਮ ਜਿਹੜੇ ਨੇ ਅਸੀਂ ਦੇਖਦੇ ਹਾਂ, ਕਿਉਂਕਿ ਇਹ ਤਨਖਾਹ ਦਾ ਬੜਾ ਵੱਡਾ ਮਸਲਾ ਹੈ। ਮਹਾਰਾਜ ਨੇ ਵੀ ਬਾਣੀ 'ਚ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਇਹ ਭੁੱਖੇ ਭਗਤ ਨਾ ਲੀਜੇ, ਇਹ ਮਲ ਆਪਣੇ ਲੀਜੇ ਹੈ। ਤਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈਗੀ। ਭੁੱਖੇ ਪੇਟ ਅਸੀਂ ਕੀ ਸੇਵਾ ਕਰਾ ਸਕਾਂਗੇ। ਦੂਸਰੀ ਜਿਹੜੀ ਚੀਜ਼ ਹੈਗੀ ਰੈਸਟੋਰੇਸ਼ਨ, ਸਕੂਲ ਦੀ ਵੀ ਹੋ ਗਈ। ਜਿਹੜੇ ਕਾਲਜ ਜਿਨ੍ਹਾਂ ਨੇ ਬੰਦ ਕੀਤੇ ਨੇ, ਸਾਡੀ ਕੋਸ਼ਿਸ਼ ਹੈਗੀ ਉਹਨਾਂ ਨੂੰ ਵੀ ਰੈਸਟੋਰ ਕਰਨਾ ਕਾਲਜਾਂ ਨੂੰ। ਔਰ ਜਿਹੜਾ ਲੈਵਲ ਆਫ ਐਜੂਕੇਸ਼ਨ ਹੈਗਾ ਉਹ ਵੀ ਉੱਪਰ ਕਰਨਾ ਹੈ। ਔਰ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਕਿਸੇ ਤਰੀਕੇ ਅਸੀਂ ਹੱਲ ਕੱਢਣਾ ਹੈ। ਵੀ ਜਿਹੜੇ ਗਰੀਬ ਬੱਚੇ ਹੈਗੇ ਬਿਲੋ ਪਾਵਰਟੀ ਲਾਈਨ ਦੇ ਨੇ
ਉਹਨਾਂ ਨੂੰ ਵੀ ਅਸੀਂ ਪੜ੍ਹਾਈ ਜਿਹੜੀ ਹੈ ਉਹ ਦੇਣੀ ਹੈ। ਔਰ ਜਿਹੜੀ ਸਭ ਤੋਂ ਵੱਡੀ ਜਾਸਤੀ ਇਹਨਾਂ ਨੇ ਕੀਤੀ, ਜਾਸਤੀਆਂ ਤੇ ਬਥੇਰੀਆਂ ਕੀਤੀਆਂ, ਇੱਕ 2012 ਦੇ ਵਿੱਚ ਅਸੀਂ ਸਕੀਮ ਚਾਲੂ ਕੀਤੀ ਸੀ ਬਈ ਗਰੀਬ ਸਿੱਖਾਂ ਦੀ ਮੈਡੀਕਲ ਇੰਸ਼ੋਰੈਂਸ ਕੀਤੀ ਸੀ। ਤਕਰੀਬਨ 8,60,000 ਪਰਿਵਾਰਾਂ ਦੀ ਇੰਸ਼ੋਰੈਂਸ ਹੋਈ ਸੀ। ਉਹ ਅਸੀਂ ਇੰਸ਼ੋਰੈਂਸ ਵੀ ਰਿਸਟੋਰ ਕਰਾਂਗੇ ਤਾਂ ਕਿ ਤਕਰੀਬਨ 85,000 ਰੁਪਇਆ ਪਰ ਫੈਮਿਲੀ ਦੀ ਇੰਸ਼ੋਰੈਂਸ ਸੀ ਵੀ ਕੋਈ ਵੀ ਬਿਮਾਰ ਹੋ ਜਾਏਗਾ, ਕਿਸੇ ਵੀ ਹਿੰਦੁਸਤਾਨ ਦੇ ਹਸਪਤਾਲ ਜਾ ਕੇ ਉਹ ਆਪਣਾ ਇਲਾਜ ਕਾਰਡ ਦਿਖਾ ਕੇ ਕਰ ਸਕਦਾ ਹੈ। ਬੜੀਆਂ ਚੀਜ਼ਾਂ ਹੈਗੀਆਂ ਸਾਡੇ IPS ਔਰ IAS ਦੇ ਟ੍ਰੇਨਿੰਗ ਕਾਲਜ ਇਹਨਾਂ ਨੇ ਬੰਦ ਕੀਤੇ ਨੇ, ਉਹ ਅਸੀਂ ਰਿਸਟੋਰ ਕਰਨਾ ਹੈ। ਔਰ ਰਾਤ ਨੂੰ ਇੱਕ ਬਹਿਸ ਦੇ ਦੌਰਾਨ ਸਰ ਪਰਮਜੀਤ ਸਿੰਘ ਉਹਨਾਂ ਕਮਿਟ ਕੀਤਾ ਵੀ ਮਿਸ਼ਨਰੀ ਕਾਲਜ ਵੀ ਜ਼ਰੂਰ ਖੋਲਾਂਗੇ ਅਸੀਂ, ਤਾਂ ਕਿ ਆਪਣੇ ਮਿਸ਼ਨਰੀਆਂ ਨੂੰ ਅਸੀਂ ਤਿਆਰ ਕਰੀਏ, ਉਹ ਪ੍ਰਚਾਰਕ ਚੰਗੇ ਬਣ ਸਕਣ, ਪੜ੍ਹੇ ਲਿਖੇ। ਕਿਉਂਕਿ ਅੱਜ ਕੱਲ੍ਹ ਦੇ ਪ੍ਰਚਾਰਕ ਜਿਹੜੇ ਨੇ ਅਸੀਂ ਬੜੇ ਥੱਲੜੇ ਲੈਵਲ 'ਤੇ ਪਹੁੰਚ ਗਏ ਹਾਂ। ਮੈਂ ਅੱਜ ਹੀ ਤੁਹਾਨੂੰ ਗੱਲ ਦੱਸ ਦਿਆਂ ਬਈ ਪ੍ਰਚਾਰ ਦਾ ਇਹ ਹਾਲ ਹੈ ਬਈ ਬੰਗਲਾ ਸਾਹਿਬ ਦਾ ਹੈੱਡ ਗ੍ਰੰਥੀ ਅੱਜ ਕਥਾ ਕਰ ਰਿਹਾ ਹੈ ਬਈ ਵਾਹਿਗੁਰੂ ਕਹਿਣ ਨਾਲ ਤੁਹਾਡੀ ਹਉਮੈ ਦਾ ਨਿਵਾਰਨ ਹੋਏਗਾ, ਸ਼ਬਦ ਪੜ੍ਹਨ ਨਾਲ ਨਹੀਂ ਹੋਏਗਾ। ਇਹ ਔਨ ਰਿਕਾਰਡ ਹੈਗੀ ਔਰ ਅੱਜ ਦੀ ਕਥਾ ਹੈਗੀ। ਇਸ ਕਰਕੇ ਜਿਹੜੇ ਇੱਕ ਕੁਐਸਚਨ ਮਾਰਕ ਲਗਾ ਦੇਣ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੀ, ਕਹਿੰਦੇ ਨੇ ਉਹ ਕੋਰਟਾਂ ਕਚਹਿਰੀਆਂ ਜਾਣ ਅਤੇ ਸ਼ਬਦ ਪੜ੍ਹਨਗੇ ਅਤੇ ਉਹਨਾਂ ਦੇ ਕੰਮ ਹੋ ਜਾਣਗੇ। ਇਸ ਕਰਕੇ ਸ਼ਬਦ ਪੜ੍ਹਨਾ ਚਾਹੀਦਾ ਹੈ। ਬੜੀ ਅਜੀਬ ਜਿਹੀ ਗੱਲ ਹੈਗੀ ਹੈ ਔਰ ਅਜੀਬ ਜਿਹਾ ਪ੍ਰਚਾਰ ਹੈਗਾ ਜਿਹੜਾ ਇਹ ਕਰ ਰਹੇ ਨੇ। ਇਸ ਕਰਕੇ ਅਸੀਂ ਦ੍ਰਿੜ ਸੰਕਲਪ ਹੈਗਾ ਸਾਡਾ, ਅਸੀਂ ਮਿਸ਼ਨਰੀ ਅੱਛੇ ਲਿਆਣੇ ਨੇ ਜਿਹੜੇ ਕਿ ਤਰਕ ਸੰਗਤ, ਕਿਉਂਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਇਹ ਦੂਰ ਜਾ ਰਹੀ ਹੈ ਜਿਹੀਆਂ ਗੱਲਾਂ ਸੁਣ ਕੇ, ਔਰ ਤਰਕ ਸੰਗਤ ਜਿਹੜੀ ਹੈ ਗੱਲ ਉਹਦੇ ਦੱਸ ਸਕਣ। ਔਰ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਉਹ ਹੈਗਾ ਜਿਹੜਾ ਹਸਪਤਾਲ ਇਹਨਾਂ ਨੇ ਬਰਬਾਦ ਕੀਤਾ ਝੂਠ ਬੋਲ ਕੇ। ਇੱਕ ਬੜਾ ਵੱਡਾ ਮੁੱਦਾ ਹੈ। ਹਸਪਤਾਲ ਸਿੱਖ ਕੌਮ ਦੀ ਇੱਕ ਧਰੋਹਰ ਬਣਨੀ ਸੀ ਔਰ ਖ਼ਾਸ ਕਰਕੇ ਹਸਪਤਾਲ ਦੀ ਜ਼ਰੂਰਤ ਇਸ ਵਕਤ ਇਸ ਕਰਕੇ ਕਹਿੰਦੇ ਜਿਸ ਵਕਤ ਕੋਈ ਜੀ ਚਲਾ ਜਾਏ ਨਾ ਅਤੇ ਆਦਮੀ ਨੂੰ ਤਕਲੀਫ ਆ ਜਾਏ ਤਾਂ ਫਿਰ ਦੁੱਖ ਉਹਦਾ ਨਾ ਹੋਰ ਵੱਧਦਾ ਹੈ ਵੀ ਅੱਜ ਉਹਨੇ ਮੈਨੂੰ ਸੁੱਖ ਦੇਣਾ ਸੀ। ਹਸਪਤਾਲ ਦਾ ਸੁੱਖ ਸਾਨੂੰ ਅੱਜ ਯਾਦ ਆ ਰਿਹਾ ਹੈ ਵੀ ਅੱਜ ਜੇ ਹਸਪਤਾਲ ਹੁੰਦਾ ਤਾਂ ਸਾਡੇ ਗਰੀਬ ਪਰਿਵਾਰਾਂ ਦੇ ਕੋਵਿਡ ਦੇ ਜਿਹੜੇ ਇਤਨੀ ਭਿਆਨਕ ਬਿਮਾਰੀ ਹੈਗੀ ਇਹਦੇ ਵਿੱਚ ਉਹ ਸਹਾਇਤਾ ਕਰ ਸਕਦਾ ਸੀ, ਇਲਾਜ ਕਰ ਸਕਦਾ ਸੀ। ਔਰ ਇਹ ਬੜੇ ਅਫਸੋਸ ਦੀ ਗੱਲ ਹੈਗੀ ਬਈ ਅਸੀਂ 25% ਸਿੱਖਾਂ ਦੇ ਮੁਫਤ ਇਲਾਜ ਔਰ ਇਤਨੀ ਵੱਡੀ ਰਕਮ ਜਿਹੜੀ ਸਾਨੂੰ ਆਉਣੀ ਸੀ ਉਸ ਤੋਂ ਅਸੀਂ ਹੱਥ ਧੋ ਬੈਠੇ ਹਾਂ। ਅੱਛਾ ਭਾਈ ਸਾਹਿਬ ਜੀ, ਜਿਹੜਾ ਸਿਰਸਾ ਇਹ ਕਹਿ ਰਿਹਾ ਕਿ ਜੀਕੇ ਅਤੇ ਸਰਨਾ ਜੀ ਦਾ ਜਿਹੜਾ ਆਪਸ ਦੇ ਵਿੱਚ ਅਲਾਇੰਸ ਹੈ, ਕਿਉਂਕਿ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਇੱਕ ਦੇ ਉੱਪਰ ਤੇ ਕਰਪਸ਼ਨ ਦੇ ਕੇਸ ਜਿਹੜਾ ਉਹ ਚਾਰਜ ਲੱਗ ਰਹੇ ਨੇ, ਦੂਜੇ ਉੱਪਰ ਜਿਹੜਾ ਉਹ ਬਾਲਾ ਸਾਹਿਬ ਹੌਸਪੀਟਲ ਵੇਚਣ ਦੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੋਈ ਹੈ, ਅਤੇ ਹੁਣੇ ਆਪ ਜੀ ਬਾਲਾ ਸਾਹਿਬ ਜੀ ਦੀ ਗੱਲ ਕੀਤੀ ਸੀ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਮੈਂ ਚਾਹੁੰਦਾ ਨਹੀਂ ਹਾਂ ਸਿਰਸੇ ਬਾਰੇ ਕੋਈ ਕਮੈਂਟ ਦੇਣਾ, ਕਿਉਂਕਿ ਇਹਦੀ ਵਰਥ ਕਮੈਂਟ ਵਰਗੀ ਵੀ ਨਹੀਂ ਹੈਗੀ। ਅਕਾਲ ਤਖਤ ਸਾਹਿਬ ਦੇ ਉੱਪਰ ਹਿੱਤ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਹਿ ਰਿਹਾ ਹੈ, ਸਿੰਘ ਸਾਹਿਬ ਨੂੰ, ਵੀ ਸਕੂਲ ਵੇਚਣ ਦੀ ਜਿਹੜੀ ਚਿੱਠੀ ਹੈਗੀ, ਮੁਤੱਲਕ ਜਿਹੜੀ ਚਿੱਠੀ ਹੈਗੀ ਹੈਂਡਓਵਰ ਕਰਨ ਦੀ, ਉਹ ਮੈਨੂੰ ਸਿਰਸੇ ਨੇ ਦਿੱਤੀ ਹੈ। ਤੁਸੀਂ ਸਮਝੋ ਗੱਲ ਨੂੰ। ਕੱਲ੍ਹ ਦੋਨੋਂ ਇਕੱਠੇ ਅਤੇ ਉੱਥੇ ਸਿਰਸਾ ਕਹਿ ਰਿਹਾ ਹੈ ਇਹ ਹਿੱਤ ਮਨਜੀਤ ਨਾਲ ਮਿਲ ਗਿਆ, ਉੱਥੇ ਹੀ ਜਥੇਦਾਰ ਸਾਹਿਬ ਦੇ ਸਾਹਮਣੇ। ਇਹ ਹਿੱਤ ਜਿਹੜਾ ਮਨਜੀਤ ਨਾਲ ਮਿਲ ਗਿਆ ਜੀ, ਆਪਸ ਵਿੱਚ ਮਿਲ ਗਏ ਜੀ, ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ।
ਕੱਲ ਹਿੱਤ ਸਰਸੇ ਨਾਲ ਬੈਠਾ ਹੋਇਆ ਹੈ ਤੇ ਕਹਿ ਰਿਹਾ ਹੈ ਇਹ ਚਿੱਠੀ ਮੈਨੂੰ ਮਨਜੀਤ ਨੇ ਦਿੱਤੀ ਹੈਗੀ। ਇਸ ਕਰਕੇ ਇਹਨਾਂ ਬਾਦਲਾਂ ਦੇ ਲੀਡਰਾਂ ਨੂੰ ਮੇਰੀ ਦੂਰੋਂ ਨਮਸਕਾਰ। ਨਾ ਇਹਨਾਂ ਨੂੰ ਕੋਈ ਸ਼ਰਮ, ਨਾ ਇਹਨਾਂ ਨੂੰ ਹਿਆ, ਨਾ ਸਤਿਗੁਰ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਬੁੱਧੀ ਦਿੱਤੀ ਹੈ ਵੀ ਕਮ ਸੇ ਕਮ ਹਾਲੇ ਤੇ ਉਹਦੀ ਇਨਕੁਆਇਰੀ ਨਹੀਂ ਸ਼ੁਰੂ ਹੋਈ, ਤੁਸੀਂ ਆਪਣੇ ਬਿਆਨ ਬਦਲਣੇ ਸ਼ੁਰੂ ਕਰ ਦਿੱਤੇ ਨੇ। ਔਰ ਫਿਰ ਤੁਸੀਂ ਅਕਾਲ ਤਖਤ ਤੇ ਬਿਆਨ ਕੀ ਦੇ ਰਹੇ ਹੋ, ਅਕਾਲ ਪ੍ਰੈਸ 'ਚ ਕੱਲ ਕੀ ਬਿਆਨ ਦੇ ਰਹੇ ਹੋ। ਨਦੀ ਕਿਨਾਰੇ ਰਖੜੇ ਵਾਲੀ ਤੇਰੀ ਹਾਲਤ ਹੈਗੀ ਬਈ, ਕਿਉਂ ਤੂੰ ਝੂਠ ਬੋਲ ਰਿਹਾ? ਰੱਬ ਅੱਗੇ ਜਾਨ ਦੇਣੀ ਹੈ, ਕਿਉਂ ਝੂਠ ਬੋਲਦੇ ਪਏ ਹੋ? ਕਿਹਨੂੰ ਬਚਾ ਰਿਹਾ? ਜਿਸ ਦੇ ਜਿਹੜਾ ਲਿਬੜਿਆ ਹੋਇਆ ਸਿਰ ਤੋਂ ਲੈ ਕੇ ਪੈਰ ਤੱਕ ਚੋਰੀ ਚਕਾਰੀ ਦੇ ਨਾਲ ਸਾਰਾ ਪ੍ਰਬੰਧ ਖਤਮ ਕੀਤਾ, ਸਾਰਾ ਧਨ ਦੌਲਤ ਗੁਰਦੁਆਰਾ ਦਾ ਸਾਰਾ ਖਤਮ ਕਰ ਗਿਆ। ਉਸ ਤੋਂ ਬਾਅਦ ਵੀ ਚੈਨ ਨਹੀਂ ਆਇਆ। ਔਰ ਜੋ ਕੁਝ ਮੀਡੀਆ ਦੇ ਵਿੱਚ ਚੱਲ ਰਿਹਾ ਹੈ ਜਾਂ ਸੰਗਤ ਦੇ ਵਿੱਚ ਚੱਲ ਰਿਹਾ ਹੈ, ਉਹ ਇਹੀ ਚੱਲ ਰਿਹਾ ਹੈ। ਇਸ 'ਚ ਬੜੀ ਭਾਰੀ ਚਪਤ ਬਾਦਲਾਂ ਨੂੰ ਵੀ ਮਾਰੀ ਹੈਗੀ। ਹਾਂਜੀ, ਤੇ ਜਿਹੜਾ ਬੰਦਾ ਆਪਣੇ ਮਾਲਕਾਂ ਨੂੰ ਹੀ ਨਹੀਂ ਛੱਡਦਾ, ਹੁਣ ਗੁਰੂ ਨੂੰ ਜਿਸ ਵਕਤ ਲੁੱਟਿਆ ਇਹਨਾਂ ਨੇ ਉਸ ਵਕਤ ਤੇ ਕੁਆਰੰਟਾਈਨ ਕੀਤਾ ਕੋਈ ਨਹੀਂ। ਜਿਸ ਵਕਤ ਬਾਦਲਾਂ ਨੂੰ ਲੁੱਟਿਆ ਉਸ ਵਕਤ ਕੁਆਰੰਟਾਈਨ ਕਰਤਾ ਸਰਸੇ ਨੂੰ ਪਕੜ ਕੇ। ਤੁਸੀਂ ਫਰਕ ਵੇਖੋ ਨਾ ਬਈ, 7 ਸਾਲ 8 ਸਾਲ ਗੁਰੂ ਦੀ ਗੋਲਕ ਨੂੰ ਲੁੱਟਦਾ ਰਿਹਾ। ਉਹਨਾਂ ਨੇ ਇਤਨਾ ਨਹੀਂ ਕੀਤਾ ਵੀ ਇਹਨੂੰ ਪਾਸੇ ਬਿਠਾਉਣ। ਜਦ ਉਹਨਾਂ ਨੂੰ ਚਪਤ ਮਾਰੀ ਤੇ ਉਹਨਾਂ ਕਿਹਾ ਜੀ ਪਾਸੇ ਬੈਠ ਜਾਓ। ਇਹ ਫਰਕ ਹੈਗਾ ਨਾ ਜੀ, ਇਹ ਫਰਕ ਹੈਗਾ। ਆਪ ਜੀ ਦੀ ਪਾਰਟੀ ਜਿਹੜੀ ਹੈ ਕਰਪਸ਼ਨ ਦੇ ਕੇਸਾਂ ਬਾਰੇ ਜਿਹੜੀ ਗੱਲ ਕਰਦੀ ਸੀ, ਉਹਦਾ ਸਟੇਟਸ ਕੀ ਅੱਜ? ਜਿਹੜੀ ਆਡਿਟ ਦੀ ਗੱਲ ਹੋਈ ਸੀ ਉਹਦਾ ਵੀ ਕੀ ਸਟੇਟਸ ਆ, ਜਿਹੜੇ ਦਿੱਲੀ ਕਮੇਟੀ ਦੇ ਉੱਪਰ ਲੱਗਦੇ ਜਾਂ ਸਰਸੇ ਉੱਪਰ ਜਾਂ ਸਾਰੇ ਮੇਰੇ ਖਿਆਲ ਲਾਸਟ ਸਟੇਜਿਸ ਵਿੱਚ ਹੈਗੇ। ਇਹ ਬਥੇਰੀ ਲੁੱਕਾ ਛਿਪੀ ਦਾ ਖੇਡ ਬੈਠੇ ਨੇ। ਹਾਂਜੀ, ਤੇ ਹੁਣ ਜਿਹੜੀ ਇਹ ਨਕਲੀ ਟੈਂਟਾਂ ਦਾ ਬਿੱਲਾਂ ਦੀ ਹੈਗੀ ਕਹਾਣੀ, ਇਹ ਸ਼ਾਇਦ ਹੁਣ 29-30 ਸਤੰਬਰ ਨੂੰ ਡੇਟ ਦੀ ਲੱਗੀ ਹੋਈ ਹੈ, ਜਿਸ ਦੇ ਵਿੱਚ ਮੈਂ ਸਮਝਦਾ ਇਹਦੇ 'ਤੇ ਦੋਸ਼ ਆਇਦ ਹੋਣ ਦੀ ਸਾਨੂੰ ਹੈ ਸੰਭਾਵਨਾ। ਕਿਉਂਕਿ ਇਹ ਭਰਪੂਰ ਕੋਸ਼ਿਸ਼ ਕਰ ਰਹੇ ਨੇ, ਲੱਖਾਂ ਰੁਪਈਏ ਵਕੀਲਾਂ ਨੂੰ ਗੁਰਦੁਆਰਾ ਕਮੇਟੀ 'ਚੋਂ ਦੇ ਰਹੇ ਨੇ। ਔਰ ਜਿਹੜੇ ਕੇਸ, ਮੈਂ ਗੱਲ ਤੁਹਾਡੇ ਸਾਹਮਣੇ ਗੱਲ ਕਰਾਂਗਾ, ਜਿਹੜੇ ਕੇਸ ਇਹਨਾਂ 'ਤੇ ਜਾਤੀ ਹੋਣ, ਉਹਨਾਂ ਕੇਸਾਂ ਦੇ ਵਕੀਲਾਂ ਦੇ ਪੈਸੇ ਜਿਹੜੇ ਹੈਗੇ ਇਹਨਾਂ ਨੂੰ ਆਪ ਦੇਣੇ ਚਾਹੀਦੇ। ਪਰ ਇਹ ਸਾਰਾ ਖਰਚਾ ਗੁਰਦੁਆਰਾ ਕਮੇਟੀ ਤੋਂ ਹੋ ਰਿਹਾ ਹੈ। ਹੁਣ ਜੇ ਵੋਟਾਂ ਇਹ ਇਲੈਕਸ਼ਨਾਂ ਅੱਗੇ ਪਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕਰ ਰਹੇ ਨੇ, ਇਹਨਾਂ ਦੇ ਮੂੰਹ ਲਹੂ ਲੱਗਾ ਹੋਇਆ ਹੈ। ਇਹ ਹਾਲੇ 8 ਸਾਲ ਲੁੱਟ ਕੇ ਰੱਜੇ ਨਹੀਂ ਰੱਜੇ। ਇਹ ਹੁਣ ਮਹਿੰਗੇ ਤੋਂ ਮਹਿੰਗਾ ਵਕੀਲ ਕਰ ਰਹੇ ਨੇ, ਤੁਨਕਾਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਹਾਰਾਂ ਇਮਾਨਦਾਰੀ ਦੇ ਨਾਲ ਦਿੱਲੀ ਦੀ ਸਰਕਾਰ ਇਹ ਕਰ ਵੀ ਰਹੀ ਹੈ, ਕਹਿ ਵੀ ਰਹੀ ਹੈ ਵੀ ਅਸੀਂ ਟਾਈਮ ਸਿਰ ਇਲੈਕਸ਼ਨਾਂ ਕਰਾਵਾਂਗੇ ਔਰ ਫ੍ਰੀ ਐਂਡ ਫੇਅਰ ਇਲੈਕਸ਼ਨਾਂ ਕਰਾਵਾਂਗੇ। ਔਰ ਸਾਨੂੰ ਯਕੀਨ ਹੈਗਾ ਜੋ ਕੁਝ ਉਹਨਾਂ ਨੇ ਕਿਹਾ ਉਸ 'ਤੇ ਉਹ ਪਹਿਰਾ ਦੇਣਗੇ। ਹਾਲੇ ਤੱਕ ਇੱਕ ਵੀ ਐਸਾ ਕਦਮ ਉਹਨਾਂ ਨੇ ਐਸਾ ਨਹੀਂ ਚੁੱਕਿਆ ਜਿਸ 'ਤੇ ਅਸੀਂ ਸ਼ੱਕ ਕਰ ਸਕੀਏ। ਪਰ ਫਿਰ ਵੀ ਇਹ ਹਾਈ ਕੋਰਟ ਦਾ ਆਸਰਾ ਲੈ ਕੇ 3.5 ਲੱਖ 4 ਲੱਖ ਰੁਪਇਆ ਇੱਕ ਪੇਸ਼ੀ ਦਾ ਵਕੀਲ ਦਾ ਖਰਚਾ ਹੈਗਾ, ਜਿਹੜੇ ਵਕੀਲ ਇਹਨਾਂ ਨੇ ਕੀਤੇ ਨੇ। ਇਸ ਕਰਕੇ ਕੀਤੇ ਨੇ ਬਈ ਇਲੈਕਸ਼ਨ ਜਿਹੜੀ ਹੈ ਹੋਰ 2-4 ਮਹੀਨੇ ਅੱਗੇ ਲੰਘੇ ਤੇ ਅਸੀਂ 2-4 ਮਹੀਨੇ ਹੋਰ ਲੁੱਟ ਪਾਟ ਕਰ ਸਕੀਏ। ਮਹਾਰਾਜ ਜਾਣਦਾ ਸੱਚੇ ਪਾਤਸ਼ਾਹ ਇਹਨਾਂ ਦਾ ਕੀ ਹਾਲ ਹੋਏਗਾ। ਇੱਕ ਮੈਂ ਤੁਹਾਡੇ ਨਾਲ ਗੱਲ ਕਰਦੇ ਹਾਂ ਵੀ ਜੇ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਸਰਦਾਰ ਪਰਮਜੀਤ ਸਿੰਘ ਨੂੰ, ਔਰ ਇਹ ਵੀ ਇੱਕ ਪਹਿਲਾ ਕੰਮ ਹੋਏਗਾ ਵੀ ਇਹਨਾਂ ਦੇ ਲਿਖੇ ਡੇਢੇ ਜ਼ਰੂਰ ਹੋਣਗੇ। ਜੋ ਕੁਝ ਇਹਨਾਂ ਨੇ ਲੁੱਟਮਾਰ ਕੀਤੀ ਹੈ ਸੰਗਤ ਦੇ ਸਾਹਮਣੇ ਆਇਨਾ ਜ਼ਰੂਰ ਰੱਖਿਆ ਜਾਏਗਾ। ਕੰਮ ਬਾਦਲਾਂ ਦੇ, ਤਨਖਾਹਾਂ ਦਿੱਲੀ ਕਮੇਟੀ ਦੀਆਂ। ਇਲੈਕਸ਼ਨਾਂ ਬਾਦਲ ਲੜਦੇ ਪਏ ਨੇ, ਚੋਟ ਗੁਰੂ ਦੀ ਗੋਲਕ ਤੋਂ। ਨਕਲੀ ਨਗਰ ਕੀਰਤਨ ਨਿਕਲ ਨਹੀਂ ਰਹੇ, ਕਰੋੜਾਂ ਰੁਪਈਏ ਗ੍ਰੰਥੀਆਂ ਰਾਹੀਂ ਉਗਰਾਹੀਆਂ ਕਰ ਰਹੇ ਨੇ। ਗ੍ਰੰਥੀਆਂ ਨੂੰ ਵੀ ਪਤਾ ਬਈ ਇਹ ਸਾਡੀਆਂ ਇਹ ਜਿਹੜੀਆਂ ਅਪੀਲਾਂ ਨੇ ਫੇਕ ਹੈਗੀਆਂ, ਪਰ ਉਹ ਮਜਬੂਰ ਹੈਗੇ। ਉਹ ਪ੍ਰਧਾਨਾਂ ਦੇ ਇਹਨਾਂ ਦੇ ਹੱਥ ਮਜਬੂਰ ਹਨ।
ਵੀ ਇਹ ਜੇ ਉਹ ਨਹੀਂ ਕਰਨਗੇ ਅਪੀਲ ਤੇ ਨੌਕਰੀਆਂ ਕੱਢੇ ਜਾਣਗੇ, ਉਹ ਵੀ ਅਪੀਲ ਕਰ ਰਹੇ ਨੇ, ਜਾਣਦੇ ਹੋਏ ਵੀ ਅਪੀਲ ਕਰ ਰਹੇ ਨੇ। ਕੀ ਕਰਨ ਉਹ ਵੀ, ਕੀ ਕਰਨ? ਵੱਧ ਤੋਂ ਵੱਧ ਇਹੀ ਕਰ ਸਕਦੇ ਸਨ ਵੀ ਚੱਲ ਵੀ ਬੰਗਲਾ ਸਾਹਿਬ ਤੋਂ ਬਦਲ ਕੇ ਕਿਸੇ ਹੋਰ ਜਗ੍ਹਾ ਲਾ ਦਿੰਦੇ, ਪਰ ਇਤਨੀ ਹਿੰਮਤ ਨਹੀਂ ਹੈਗੀ ਗ੍ਰੰਥੀ ਸਿੰਘਾਂ ਦੇ ਵਿੱਚ ਇਤਨਾ ਸਟੈਂਡ ਲੈਣ ਦੀ। ਪਰ ਚਲੋ, ਸਾਨੂੰ ਤਾਂ ਇਸ ਦੇ 'ਚ ਕੋਈ ਗੱਲ ਨਹੀਂ। ਨਗਰ ਕੀਰਤਨਾਂ ਦੇ ਕਰੋੜਾਂ ਰੁਪਈਏ ਇਕੱਠੇ ਕਰਨੇ, ਬੀਬੀਆਂ ਦੀਆਂ ਸੋਨੇ ਲੁਹਾਣੇ ਆਪਣੇ ਕੰਨਾਂ ਤੋਂ, ਹੱਥਾਂ ਤੋਂ, ਫਿਰ ਉਹਦੀ ਪਾਲਕੀ ਦਾ ਵੀ ਪਤਾ ਹੀ ਨਹੀਂ ਹੈਗਾ ਕਿੱਥੇ ਗਈ ਪਾਲਕੀ। ਕਰੋੜਾਂ ਰੁਪਏ ਦਾ ਹਿਸਾਬ ਦੇਣਾ ਸੀ। ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹ ਹੁਕਮ ਵੀ ਕੀਤਾ, ਪਰ ਨਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਇਹਨਾਂ 'ਤੇ ਕੋਈ ਐਕਸ਼ਨ ਲੈਂਦੇ ਨੇ ਵੀ ਤੂੰ ਕਿਉਂ ਨਹੀਂ ਹਿਸਾਬ ਦਿੱਤਾ, ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ। ਜਿਹੜੀ ਉਹਨਾਂ ਨੇ ਕਮੇਟੀ ਬਣਾਈ ਸੀ ਵੀ ਦਿੱਲੀ ਕਮੇਟੀ ਨੇ ਬੜੀ ਇੱਥੇ ਚੋਰੀ ਕੀਤੀ ਹੋਈ ਹੈ ਅਤੇ ਹਿਸਾਬ ਬਹੁਤ ਮਾੜਾ ਹੈਗਾ, ਉਹਨਾਂ ਨੇ ਉਸ 'ਤੇ ਵੀ ਕੋਈ ਐਕਸ਼ਨ ਨਹੀਂ ਲਿਆ। ਅੱਜ 6 ਮਹੀਨੇ ਬੀਤ ਗਏ, ਕੋਈ ਕਮੇਟੀ ਨਹੀਂ ਬਣੀ। ਅਤੇ ਜਿਹੜੀ ਉਹਨਾਂ ਨੇ ਕਮਿਟ ਕੀਤਾ ਸੀ ਮੈਂ 15 ਦਿਨਾਂ ਦੇ ਵਿੱਚ ਇਹ ਕਮੇਟੀ ਬਣਾ ਕੇ 2 ਮਹੀਨੇ 'ਚ ਫੈਸਲਾ ਦਿਆਂਗਾ, ਅਤੇ ਅੱਜ 6 ਮਹੀਨੇ ਹੋ ਗਏ ਨੇ, ਕਮੇਟੀ ਕੋਈ ਨਹੀਂ ਬਣੀ। ਕਿਹੜੀ ਕਮੇਟੀ ਬਣੇਗੀ, ਕਿਹੜੀ ਨਹੀਂ ਬਣੇਗੀ, ਜਾਂ ਉਹ ਜੀ ਬਣੇਗੀ ਜਿਹੋ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਬਣੀ, ਜਿਨ੍ਹਾਂ ਵਿੱਚੋਂ ਇੱਕ ਜੱਜ ਇਹਨਾਂ ਦੀ ਕਾਰਜਸ਼ੈਲੀ ਵੇਖ ਕੇ ਚਲੀ ਗਈ, ਆਪਣੇ ਆਪ ਨੂੰ ਪਰੇ ਕਰ ਲਿਆ, ਕੋਈ ਜੀ ਮੈਂ ਤੁਹਾਡੇ ਕਿਸੇ ਕੰਮ 'ਚ ਮੈਂ ਨਹੀਂ ਦਖਲ ਦਿੰਦੀ, ਤੁਹਾਡੀ ਇਤਨੀ ਮਾੜੀ ਵਰਕਿੰਗ ਹੈਗੀ। ਇਹਨਾਂ ਦਾ ਬੜਾ ਬੁਰਾ ਹਾਲ ਹੈਗਾ। ਲੋਕਾਂ ਦੇ ਵਿੱਚ ਹੁਣ ਸਰਦਾਰ ਸਾਹਿਬ ਨਫ਼ਰਤ ਆਈ ਹੋਈ ਹੈਗੀ, ਪਰ ਅਸੀਂ ਹੁਣ ਕੋਈ ਗੱਲ ਨਹੀਂ ਕਰਨੀ। ਲੋਕਾਂ ਨੂੰ ਪਤਾ ਲੱਗ ਗਿਆ। ਸਾਡੀ ਬੜੀ ਪੋਜ਼ੀਟਿਵ ਗੱਲ ਇਹ ਹੀ ਹੈਗੀ, ਅਸੀਂ ਪੋਜ਼ੀਟਿਵਿਟੀ ਰੱਖਣੀ ਹੈ। ਅਸੀਂ ਜਿਹੜਾ ਦਿੱਲੀ ਦਾ ਜਿਹੜਾ ਗੰਧਲਾ ਇਤਿਹਾਸ ਇਹਨਾਂ ਨੇ ਕੀਤਾ 8 ਸਾਲਾਂ ਦੇ ਵਿੱਚ, ਉਹਨੂੰ ਸਾਫ਼ ਰੱਖਣਾ ਹੈ। ਆਪਣੇ ਐਜੂਕੇਸ਼ਨ ਸਿਸਟਮ ਨੂੰ ਸਾਫ਼ ਰੱਖਣਾ ਹੈ, ਮੈਡੀਕਲ ਸਿਸਟਮ ਰੱਖਣਾ ਹੈ, ਗਰੀਬ ਲੋਕਾਂ ਦੀ ਅਸੀਂ ਸੇਵਾ ਕਰਨੀ ਹੈਗੀ। ਔਰ ਇਹ ਨਹੀਂ ਹੈਗਾ ਵੀ ਗੁਰਦੁਆਰੇ 'ਚ ਲੰਗਰ ਕੋਈ ਨਹੀਂ ਅਤੇ ਗੱਡੀਆਂ 'ਚ ਲੰਗਰ ਪਾ ਕੇ ਪਤਾ ਨਹੀਂ ਕਿਹੜੀ ਸੜਕਾਂ 'ਤੇ ਲੰਗਰ ਵੰਡਿਆ ਜਾ ਰਿਹਾ ਹੈ। ਗਰੀਬ ਸਿੱਖਾਂ ਦੇ ਘਰ ਆਟਾ ਕੋਈ ਨਹੀਂ, ਇਹ ਪਤਾ ਨਹੀਂ ਕਿੱਥੇ ਲੰਗਰ ਵੰਡ ਕੇ ਜਾ ਰਹੇ ਨੇ। ਇਹ ਜਿਹਾ ਸਿਸਟਮ ਅਸੀਂ ਨਹੀਂ ਕਰਾਂਗੇ। ਅੱਛਾ ਭਾਈ ਸਾਹਿਬ ਜੀ, ਜਿਹੜਾ ਇਹ ਪ੍ਰੋਪਾਗੈਂਡਾ ਕੀਤਾ ਗਿਆ ਕਿ ਬਾਲਾ ਸਾਹਿਬ ਹਸਪੀਟਲ ਜਿਹੜਾ ਹੈਗਾ ਉਹ ਸਰਨਾ ਪਾਰਟੀ ਨੇ ਵੇਚ ਦਿੱਤਾ ਜਾਂ ਉਸ ਨੂੰ ਰੋਕ ਦਿੱਤਾ, ਆਪ ਜੀ ਦੇ ਉੱਪਰ ਐਲੀਗੇਸ਼ਨ ਲੱਗੇ ਨੇ, ਅਤੇ ਕੀ ਇਸ ਪ੍ਰੋਪਾਗੈਂਡਾ ਦੇ ਵਿੱਚ ਜੀਕੇ ਵੀ ਉਹਨਾਂ ਹੀ ਰਿਸਪੋਂਸੀਬਲ ਹੈ ਇਹ ਪ੍ਰੋਪਾਗੈਂਡਾ ਕਰਨ ਵਿੱਚ? ਦੇਖੋ, ਇੰਝ ਹੈਗਾ, ਪ੍ਰੋਪੇਗੈਂਡਾ ਤਾਂ ਜੀਕੇ ਨੇ ਵੀ ਕੀਤਾ ਜਦ 2013 ਦੇ ਵਿੱਚ ਕੀਤਾ, ਪਰ ਜੀਕੇ ਨੇ ਪਬਲਿਕਲੀ ਪ੍ਰੈਸ ਦੇ ਵਿੱਚ ਇਹ ਬਿਆਨ ਦਿੱਤਾ ਬਈ ਇਹ ਬਾਦਲਾਂ ਦੀ ਸਭ ਤੋਂ ਵੱਡੀ ਗਲਤੀ ਸੀ ਜਿਹੜਾ ਕਿ ਉਹਨਾਂ ਨੇ ਹਸਪਤਾਲ ਨਹੀਂ ਬਣਨ ਦਿੱਤਾ। ਇਹਦਾ ਮਤਲਬ ਹੈਗਾ ਵੀ ਉਸਨੇ ਆਪਣੀ ਗਲਤੀ ਦੀ ਜਿਹੜੀ ਹੈਗੀ ਤਸਲੀਮ ਕੀਤੀ ਹੈ, ਔਰ ਜਿਹੜਾ ਬੰਦਾ ਤਸਲੀਮ ਕਰ ਲਵੇ ਗੱਲ ਨੂੰ ਅਤੇ ਉਸਦੇ ਉੱਪਰ ਹੋਰ ਗੱਲ ਕੀ ਕਰਨ ਦੀ ਗੱਲ ਹੈ, ਕਿ ਤਸਲੀਮ ਕਰ ਗਈ ਹੈ। ਬਾਕੀ ਤਾਂ ਇਹਨਾਂ ਨੇ ਦੇਖੋ ਜੀ, ਪਿੱਛੋਂ ਚਾਬੀਆਂ ਅਤੇ ਇਹਨਾਂ ਦੇ ਰਿਮੋਟ ਕੰਟਰੋਲ ਹੈਗੇ, ਤਾਂ ਇਹ ਤਾਂ ਡਿਫੈਕਟਿਵ ਹੈਗੇ। ਜੋ ਕੁਝ ਕਰਦਾ ਬਾਦਲ ਕਰਦੇ ਨੇ। ਬਾਦਲਾਂ ਦਾ ਫੈਸਲਾ ਸੀ ਵੀ ਅਸੀਂ ਹਸਪਤਾਲ ਨਹੀਂ ਚੱਲਣ ਦੇਣਾ, ਕਿਉਂਕਿ ਸਾਡੇ ਬਾਬੇ ਦਾ ਨਾਂ ਉਹਦੇ ਵਿੱਚ ਨਹੀਂ ਹੈਗਾ। ਜੇ ਹਸਪਤਾਲ ਚੱਲ ਗਿਆ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਨਾ ਹੋਇਆ, ਅਤੇ ਉਹ ਕਿਉਂ ਚੱਲੇ? ਨਹੀਂ ਬਣਨ ਦਿੱਤਾ। ਬਾਬੇ ਹਰਬੰਸ ਸਿੰਘ ਦੀ ਪੜੀ ਵੀ ਤੁੜਵਾਈ, ਪ੍ਰਕਾਸ਼ ਸਿੰਘ ਬਾਦਲ ਦੀ ਲਾਈ, ਇਹ ਵੀ ਪਾਪ ਕੀਤਾ। ਪਰ ਹੁਣ ਸੱਚਾ ਪਾਤਸ਼ਾਹ ਅਰਦਾਸ ਕਰਦਾ ਹੈ, ਸੱਚੇ ਪਾਤਸ਼ਾਹ ਜੇ ਸੇਵਾ ਬਖਸ਼ੇਗਾ ਅਤੇ ਹਸਪਤਾਲ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਂ ਦਾ ਹੈ, ਉਹ ਹਸਪਤਾਲ ਜ਼ਰੂਰ ਬਣੇਗਾ। ਔਰ ਹਸਪਤਾਲ ਤਾਂ ਹੀ ਬਣੇਗਾ ਜੇ ਓਰੀਜਨਲ ਬਾਬਾ ਹਰਬੰਸ ਸਿੰਘ ਦੀ ਜਿਹੜੀ ਉਹਨਾਂ ਨੇ ਲਾਈ ਸੀ ਸੇਵਾ ਦੀ ਪੜ੍ਹੀ, ਉਹ ਉਹਨਾਂ ਦੀ ਉੱਥੇ ਰਿਸਟੋਰ ਹੋਏਗੀ। ਅੱਛਾ, ਕਿ ਇਲੈਕਸ਼ਨਾਂ ਤੋਂ ਪਹਿਲਾਂ 2021 ਦੀ ਮਾਰਚ ਦੇ ਵਿੱਚ ਜਿਹੜੀ ਇਲੈਕਸ਼ਨ ਆ ਰਹੀਆਂ, ਉਹਨਾਂ ਤੋਂ ਪਹਿਲਾਂ ਸਿਰਸਾ ਜਿਹੜਾ ਹੈ ਉਹ ਬਾਲਾ ਸਾਹਿਬ ਹਸਪੀਟਲ ਦੀ ਕੰਸਟਰਕਸ਼ਨ ਦੁਬਾਰਾ ਸ਼ੁਰੂ ਕਰਾ ਸਕਦਾ? ਜੋ ਮਰਜ਼ੀ ਕਰਾ ਲਵੇ, ਜਦ ਤੱਕ ਉਹ ਹੈਗਾ। ਕੰਸਟਰਕਸ਼ਨ ਕਰੇਗਾ ਕੀ? ਇਹਨੇ ਕੋਈ ਉਹ ਅੱਲਾ ਦੀਨ ਦਾ ਜਿੰਨ ਪਾਲ ਕੇ ਰੱਖਿਆ ਹੋਇਆ ਹੈ, ਜਿਹੜਾ ਕਿ ਉਸ ਨੂੰ ਕਹੇਗਾ ਵੀ ਤੂੰ ਲੈ ਵੀ ਜਿੰਨ ਰਾਤੋਂ ਰਾਤ ਕੰਸਟਰਕਸ਼ਨ ਕਰ ਦੇ ਅਤੇ ਹਸਪਤਾਲ ਤਿਆਰ ਹੋ ਜਾਏਗਾ। ਇਹਨੇ ਕੋਈ ਰੱਖਿਆ ਹੋਣਾ ਜਿੰਨ ਪਾਲ ਕੇ? ਹੈ ਤੇ ਆਪ ਹੀ ਜਿੰਨ ਹੈਗਾ ਇਹ, ਵੈਸੇ ਤਾਂ ਇਹ ਆਪ ਹੀ ਜਿੰਨ ਹੈਗਾ। ਜਿਹੜਾ ਜਿੰਨ ਬਾਦਲਾਂ ਨੂੰ ਸ਼ਪਥ ਲਾ ਦਿੰਦਾ ਹੈ, ਉਹ ਤਾਂ ਅੱਲਾ ਦੀਨ ਦੇ ਜਿੰਨ ਤੋਂ ਵੀ ਵੱਡਾ ਜਿੰਨ ਹੈਗਾ। ਇਸ ਕਰਕੇ ਸਾਨੂੰ ਨਹੀਂ ਪਤਾ।
ਅੱਛਾ ਪਿੱਛੇ ਜੀ ਜਿਹੜਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਅਦਾਰੇ ਨੇ, ਜਿਵੇਂ ਐਜੂਕੇਸ਼ਨ ਅਦਾਰੇ ਨੇ ਜਾਂ ਹੈਲਥ ਦੇ ਅਦਾਰੇ ਨੇ, ਉਹਨਾਂ ਦਾ ਜਿਹੜਾ ਇਸ ਟਾਈਮ ਅਸੀਂ ਪੱਧਰ ਦੇਖ ਰਹੇ ਹਾਂ, ਬਹੁਤ ਹੀ ਐਸਾ ਪੱਧਰ ਹੈ ਕਿ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਬਹੁਤ ਥੱਲੇ ਦਾ ਪੱਧਰ ਅਸੀਂ ਕਹਿ ਸਕਦੇ ਹਾਂ। ਤਾਂ ਡਾਊਨਫਾਲ ਜਿਹੜਾ ਆਇਆ, ਇਸ ਦਾ ਮੇਨ ਕਾਰਨ ਕੀ ਹੈ ਕਿ ਆਪ ਜੀ ਨਹੀਂ ਸਮਝਦੇ ਹੋ ਕਿ ਮੇਨ ਕਾਰਨ ਜਿਹੜੇ ਇਸ ਵਕਤ ਮੌਜੂਦਾ ਹਾਲਾਤ ਜਿਹੜੇ ਬਣੇ ਨੇ ਉਹ ਕਿਸ ਕਾਰਨ ਬਣੇ ਨੇ? ਦੇਖੋ, ਕੋਈ ਵੀ ਸੰਸਥਾ ਜਿਹੜੀ ਹੈ, ਭਾਵੇਂ ਉਹ ਬਿਜ਼ਨਸ ਅਦਾਰਾ ਹੈ ਤੇ ਭਾਵੇਂ ਕੋਈ ਸੰਸਥਾ ਹੈ, ਜਿਸ ਸੰਸਥਾ ਦੇ ਕੋਲ ਬੈਕਅਪ ਪ੍ਰੋਗਰਾਮ ਨਹੀਂ, ਮਾਡਲ ਨਹੀਂ ਹੁੰਦਾ, ਉਹ ਸੰਸਥਾ ਕਿਸੇ ਵਕਤ ਵੀ ਡੁੱਬ ਸਕਦੀ ਹੈ। ਇਹਨਾਂ ਨੇ ਪੈਸੇ ਖਾ ਕੇ ਨਾ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਿਲਕੁਲ ਫਾਂਕ ਕਰ ਦਿੱਤਾ ਹੈ। ਔਰ ਜਿਸ ਵਕਤ ਕੋਵਿਡ ਦੀ ਮਾਰ ਪਈ ਹੈ, ਇਹ ਬਿਲਕੁਲ ਕਰਬਲ ਕਰ ਗਏ ਉਸ ਪ੍ਰੈਸ਼ਰ ਥੱਲੇ। ਮੰਗ ਕੇ ਪੈਸੇ 8 ਸਾਲ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਇਹਨਾਂ ਨੂੰ ਪੈਸੇ ਮੰਗਦੇ ਆ। ਕਦੀ ਤੂਫਾਨ ਆ ਗਿਆ, ਕਦੀ ਹਵਾ ਚਲੀ ਗਈ, ਕਦੀ ਕਿੱਥੇ ਹਵਾਈ ਜਹਾਜ਼ਾਂ ਦੇ ਸੈਰਾਂ ਇਹ ਕਰਦੇ ਰਹੇ, ਚਾਰਟਰਡ ਹਵਾਈ ਜਹਾਜ਼ਾਂ ਦੇ ਸੈਰਾਂ ਇਹ ਕਰਦੇ ਰਹੇ। ਸਾਰੇ ਸਕੂਲਾਂ ਕਾਲਜਾਂ ਦੇ ਫੰਡ ਇਹ ਖਾ ਗਏ। ਨਾ ਸਕੂਲਾਂ 'ਚ ਪੈਸੇ ਰਹੇ, ਨਾ ਕਾਲਜਾਂ 'ਚ ਪੈਸੇ ਰਹੇ। ਹਾਲੇ ਤਾਂ ਸਕੂਲਾਂ ਦਾ ਰਫੜਾ ਚੱਲ ਰਿਹਾ, ਕਾਲਜਾਂ ਦਾ ਰਫੜਾ ਸਾਹਮਣੇ ਆਇਆ ਤੇ ਹੋਰ ਭਿਆਨਕ ਹੈਗਾ। 20 ਕਰੋੜ ਰੁਪਏ ਤੋਂ ਉੱਪਰ ਦੀ ਇਹਨਾਂ ਦੀ ਦੇਣਦਾਰੀ ਹੈਗੀ ਕਾਲਜਾਂ ਦੀ। ਨਹੀਂ ਤੇ ਕਾਲਜ ਜਿਹੜੇ ਨੇ ਸਾਡੇ ਕੋਲ ਕਿਸੇ ਵਕਤ ਵੀ ਸਰਕਾਰ ਲੈ ਸਕਦੀ ਹੈ ਔਰ ਕੋਈ ਰੋਕ ਨਹੀਂ ਸਕਦਾ। ਔਰ ਜਿਹੜੇ ਬੜੀਆਂ ਗੱਲਾਂ ਕਰਦੇ ਨੇ, ਕੁਝ ਵੀ ਨਹੀਂ ਕਰਨਗੇ, ਘਰ ਬੈਠੇ ਰਹਿਣਗੇ। ਔਰ ਸਾਡੇ ਜਿਹੜੇ ਨੇ ਜੁਇਲ ਜਿਹੜੇ ਹੈਗੇ ਸਿੱਖ ਕੌਮ ਦੇ, ਬੜੀ ਬਲੂ ਚਿਪ ਕਹਿੰਦੇ ਨੇ ਜਿਸ ਨੂੰ, ਇਹ ਚੀਜ਼ਾਂ ਸਾਡੇ ਹੱਥੋਂ ਜਾਣ ਦੀਆਂ ਤਿਆਰੀਆਂ 'ਚ ਆ ਗਏ। ਇਹਨਾਂ ਨੇ ਬਾਦਲਾਂ ਨੇ ਇਤਨਾ ਨੁਕਸਾਨ ਕੀਤਾ ਹੈ। ਇਹ ਜਿਹੜਾ ਇਤਿਹਾਸ ਕੋਈ ਨਾ ਕੋਈ ਲਿਖ ਰਿਹਾ ਹੈ, ਮੈਨੂੰ ਨਹੀਂ ਪਤਾ ਕੌਣ ਲਿਖ ਰਿਹਾ ਹੈ, ਪਰ ਵਕਤ ਦਾ ਇਤਿਹਾਸ ਜ਼ਰੂਰ ਲਿਖਿਆ ਜਾਂਦਾ ਔਰ ਲਿਖਾਰੀ ਲਿਖਦੇ ਨੇ। ਔਰ ਮੈਂ ਸਮਝਦਾ ਸਿੱਖ ਇਤਿਹਾਸ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਇਸ ਤੋਂ ਕਾਲਾ ਪੀਰੀਅਡ 2013 ਤੋਂ ਲੈ ਕੇ ਤੇ 2021 ਤੱਕ, ਇਸ ਤੋਂ ਕਾਲਾ ਅਧਿਆਏ ਇਹ ਬਾਦਲਾਂ ਦਾ ਰਾਜ ਭਾਗ ਦੇ ਵਿੱਚ। ਇਸ ਤੋਂ ਵੱਧ ਹਨੇਰ, ਇਸ ਤੋਂ ਵੱਧ ਲੁੱਟ, ਇਸ ਤੋਂ ਵੱਧ ਨੁਕਸਾਨ ਧਾਰਮਿਕ ਤੌਰ 'ਤੇ, ਆਰਥਿਕ ਤੌਰ 'ਤੇ, ਐਜੂਕੇਸ਼ਨ ਤੌਰ 'ਤੇ ਕਿਤਨਾ ਨੁਕਸਾਨ ਕਦੇ ਵੀ ਨਹੀਂ ਹੋਇਆ। ਵੈਸੇ ਅਖੀਰ ਦੇ ਵਿੱਚ ਜਾਂਦੇ ਕਿ 2021 ਦੀਆਂ ਇਲੈਕਸ਼ਨਾਂ ਦੇ ਵਿੱਚ ਆਪ ਜੀ ਦੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਟੱਕਰ ਦੇਣ ਵਾਲੀ ਪਾਰਟੀ ਕਿਹੜੀ ਹੋਏਗੀ, ਸਿਰਸਾ ਜਾਂ ਜੀਕੇ? ਦੇਖੋ, ਇਹਨਾਂ ਸਵਾਲਾਂ ਦੇ ਜਵਾਬ ਮੈਂ ਨਹੀਂ ਦੇ ਸਕਦਾ। ਇਹ ਪ੍ਰੀਮੈਚੁਰ ਗੱਲਾਂ ਹੁੰਦੀਆਂ, ਇਹ ਕਿਸੇ ਨੂੰ ਕੀ ਪਤਾ ਹੈ ਮੁੰਡਾ ਹੋਣਾ ਕਿ ਕੁੜੀ ਹੋਣੀ ਹੈ, ਇਹ ਨਹੀਂ ਕੁਝ ਪਤਾ। ਸੋ ਇਹ ਸਨ ਸਰਦਾਰ ਹਰਵਿੰਦਰ ਸਿੰਘ ਜੀ ਸਰਨਾ ਜੀ, ਜਿਨ੍ਹਾਂ ਨੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਮੁੱਦੇ ਕੀ ਰਹਿਣਗੇ ਤੇ ਕਿਸ ਤਰੀਕੇ ਨਾਲ ਮੌਜੂਦਾ ਹਾਲਾਤ ਜਿਹੜੇ ਨੇ ਉਹ ਸੰਗਤਾਂ ਦੇ ਸਾਹਮਣੇ ਵੀ ਰੱਖੇ ਨੇ। ਸੋ ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜੀਤ ਸਿੰਘ ਹੈ and we are located in Khan Market, Delhi. We are a high-end electronic gadget store with IT and surveillance. We have a team of 35 dedicated people and we are authorized for more than 60 international brands, which includes Nespresso, Dyson, Deviale, Bose, Apple, Blue Air, Honeywell, to name few of our customers. Big corporate houses, business people, industrialists, politicians, they are all our customers. ਸਾਡੇ ਕੋਲ 5000 ਤੋਂ ਜ਼ਿਆਦਾ ਸੈਟੀਸਫਾਈਡ ਕਸਟਮਰਸ ਹੈਗੇ ਨੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਮੈਂ ਔਰ ਮੇਰੀ ਟੀਮ ਇਹਨਾਂ ਸਾਰਿਆਂ ਨੂੰ ਬਹੁਤ ਹੀ ਵਧੀਆ ਇੰਡੀਆ ਦੇ ਅੰਦਰ ਬੈਸਟ ਟੂ ਬੈਸਟ ਪ੍ਰੋਡਕਟਸ ਔਰ ਬੈਸਟ ਟੂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।